ਦੋਸਤੋ ਤੁਸੀਂ ਜਾਂ ਤੁਹਾਡਾ ਬੱਚਾ ਅਮਰੀਕਾ 'ਚ ਪੈਦਾ ਹੋਇਆ, ਇਹਦਾ ਮਤਲਬ ਹੈ ਕਿ ਸਿਟੀਜ਼ਨ ਬਣ ਗਿਆ। ਲੇਕਿਨ ਉਹ ਬੱਚਾ ਅਮਰੀਕਾ 'ਚ ਰਿਹਾ ਨਹੀਂ, ਮਹੀਨਾ ਰਿਹਾ, ਸਾਲ ਰਿਹਾ, 2 ਸਾਲ ਰਿਹਾ, ਉਹ ਅਮਰੀਕਾ ਤੋਂ ਚਲਾ ਗਿਆ, ਆਪਣੇ ਮੁਲਕ ਚਲਾ ਗਿਆ, ਕਿਸੇ ਹੋਰ ਮੁਲਕ ਚਲਾ ਗਿਆ, ਦੁਬਾਰਾ ਅਮਰੀਕਾ ਨਹੀਂ ਆਇਆ। ਹੁਣ ਜਿਸ ਮੁਲਕ 'ਚ ਵੀ ਗਿਆ, ਜਿੱਥੇ ਵੀ ਰਹਿ ਰਿਹਾ, ਉੱਥੇ ਉਹ ਜਵਾਨ ਹੋ ਗਿਆ, ਉਹਦੀ ਸ਼ਾਦੀ ਹੋ ਗਈ, ਲੜਕੀ ਹੈ ਜਾਂ ਲੜਕਾ ਹੈ, ਦੋਵਾਂ ਵਾਸਤੇ ਗੱਲ ਹੈ। ਉਹਦੀ ਸ਼ਾਦੀ ਹੋ ਗਈ, ਉਹਦੇ ਅੱਗੋਂ ਬੱਚੇ ਹੋ ਗਏ। ਹੁਣ ਸਵਾਲ ਹੈ ਵੇ ਕਿ ਉਹ ਜਿਹੜੇ ਬੱਚੇ ਨੇ ਉਹ ਸਿਟੀਜ਼ਨ ਹੋਣਗੇ, ਕਿਉਂਕਿ ਉਹ ਸਿਟੀਜ਼ਨ ਦੇ ਘਰ ਪੈਦਾ ਹੋਏ ਨੇ। ਬੱਚਾ ਤਾਂ ਸਿਟੀਜ਼ਨ ਹੀ ਹੈ ਨਾ ਜਿਹੜਾ ਅਮਰੀਕਾ 'ਚ ਪੈਦਾ ਹੋਇਆ। ਇਸ ਸਵਾਲ ਦਾ ਜਵਾਬ ਦੇਣ ਵਾਸਤੇ ਮੈਂ ਵੀਡੀਓ ਬਣਾ ਰਿਹਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਤੇ ਦੋਸਤੋ, ਜਦੋਂ ਤੁਸੀਂ ਸਿਟੀਜ਼ਨ ਹੋ ਔਰ ਤੁਹਾਡੇ ਬੱਚੇ ਅਮਰੀਕਾ ਤੋਂ ਬਾਹਰ ਪੈਦਾ ਹੁੰਦੇ ਨੇ, ਉਹ ਆਟੋਮੈਟਿਕਲੀ ਸਿਟੀਜ਼ਨ ਨਹੀਂ ਬਣ ਸਕਦੇ। ਅਗਰ ਨਾਲ ਆਏਗਾ ਲਫ਼ਜ਼ ਕਿਹੜਾ, ਅਗਰ ਤੁਸੀਂ ਅਮਰੀਕਾ ਦੇ ਵਿੱਚ ਉਹਨਾਂ ਦੀ ਪੈਦਾਇਸ਼ ਤੋਂ ਪਹਿਲੇ, ਉਹਨਾਂ ਦੇ ਪੈਦਾ ਹੋਣ ਤੋਂ ਪਹਿਲੇ 5 ਸਾਲ ਨਾ ਰਹੇ ਹੋਏ। ਤੁਹਾਡਾ ਅਮਰੀਕਾ ਦੇ ਵਿੱਚ 5 ਸਾਲ ਬੱਚਿਆਂ ਦੇ ਪੈਦਾ ਹੋਣ ਤੋਂ ਪਹਿਲੇ ਰਹਿਣਾ ਜ਼ਰੂਰੀ ਹੈ। ਔਰ ਉਹਦੇ ਵਿੱਚ ਵੀ ਗਾਈਡਲਾਈਨ ਕੀ ਕਹਿੰਦੀ ਹੈ ਕਿ 2 ਸਾਲ 5 ਸਾਲਾਂ ਚੋਂ 14 ਸਾਲ ਦੀ ਉਮਰ ਤੋਂ ਬਾਅਦ ਹੋਣਾ ਚਾਹੀਦਾ। ਟੋਟਲ 5 ਸਾਲ ਨੇ, ਲੇਕਿਨ 2 ਸਾਲ 14 ਸਾਲ ਦੀ ਉਮਰ ਤੋਂ ਬਾਅਦ, ਤੇ ਫਿਰ ਤੁਹਾਡੇ ਬੱਚੇ ਆਟੋਮੈਟਿਕ ਹੋ ਜਾਣਗੇ ਸਿਟੀਜ਼ਨ। ਅਗਰ ਤੁਸੀਂ 5 ਸਾਲ ਵਾਲੀ ਸ਼ਰਤ ਪੂਰੀ ਨਹੀਂ ਕੀਤੀ ਤੇ ਫਿਰ ਤੁਹਾਡੇ ਬੱਚੇ ਅਗਰ ਮੁਲਕੋਂ ਬਾਹਰ ਪੈਦਾ ਹੋਏ ਨੇ ਤੇ ਉਹ ਸਿਟੀਜ਼ਨ ਨਹੀਂ ਹੋਣਗੇ। ਤੇ ਫਿਰ ਕੀ ਕਰਾਂਗੇ ਜੀ? ਫਿਰ ਉਹਨਾਂ ਨੂੰ ਕਿਸ ਨਾਲ ਲਿਆਵਾਂਗੇ ਤੇ ਕਿੰਜ ਸਿਟੀਜ਼ਨ ਬਣਾਵਾਂਗੇ? ਇਹ ਹੁਣ ਮੇਨ ਬੜਾ ਪ੍ਰੋਬਲਮ ਵਾਲੀ ਗੱਲ ਹੈ। ਉਹਦਾ ਤਰੀਕਾ ਕਰ ਰਿਹਾ ਹੈ ਕਿ ਉਹੀ ਜਿਹੜੀ ਨਾਰਮਲ ਪ੍ਰੈਕਟਿਸ ਹੈ I-130, ਤੁਸੀਂ ਉਹਨਾਂ ਦੀ ਪਟੀਸ਼ਨ ਦਾਇਰ ਕਰੋਗੇ ਨਾਲ I-485, ਉਹੀ ਸਾਰੇ ਐਫੀਡੇਵਿਟ ਸਪੋਰਟ ਸਾਰਾ ਕੁਝ ਕਰਕੇ ਤੁਸੀਂ ਬੱਚਿਆਂ ਨੂੰ ਅਮਰੀਕਾ ਲੈ ਕੇ ਆਓਗੇ, ਇਮੀਗ੍ਰੇਸ਼ਨ ਕਰਵਾ ਕੇ। ਨਾਲ ਹੀ ਅਗਰ ਤੁਹਾਡੀ ਹਸਬੈਂਡ ਹੈ ਜਾਂ ਵਾਈਫ ਜੋ ਵੀ ਹੈ ਉਹ ਵੀ ਨਾਲ ਆਣਗੇ। ਹੁਣ ਇਹ 'ਚ ਯਾਦ ਰੱਖੋ, ਕਿਉਂਕਿ ਤੁਸੀਂ ਅਮਰੀਕਾ 'ਚ ਨਹੀਂ ਰਹੇ, ਤੁਸੀਂ 5 ਸਾਲ ਵਾਲੀ ਸ਼ਰਤ ਪੂਰੀ ਨਹੀਂ ਕੀਤੀ, ਹੁਣ ਤੁਸੀਂ ਮੂਵ ਹੋਏ ਹੋ ਅਮਰੀਕਾ ਔਰ ਹੁਣ ਤੁਸੀਂ ਆਪਣੇ ਬੱਚਿਆਂ ਨੂੰ, ਫੈਮਿਲੀ ਨੂੰ ਲਿਆਉਣਾ ਚਾਹੁੰਦੇ ਹੋ, ਤੇ ਉਸ ਤੋਂ ਪਹਿਲੇ ਤੁਹਾਨੂੰ ਆਪਣਾ ਡੋਮਿਸਾਈਲ ਬਣਾਉਣਾ ਪਏਗਾ। ਡੋਮਿਸਾਈਲ ਦਾ ਮਤਲਬ ਇੱਥੇ ਕਾਗਜ਼ ਦਾ ਟੁਕੜਾ ਨਹੀਂ, ਡੋਮਿਸਾਈਲ ਦਾ ਮਤਲਬ ਹੈ ਸਬੂਤ ਦੇਣਾ ਕਿ ਤੁਸੀਂ ਇਸ ਮੁਲਕ 'ਚ ਹੁਣ ਆਪਣੀ ਰਿਹਾਇਸ਼ ਰੱਖ ਲਈ ਹੈ। ਉਹ ਕੀ ਸਬੂਤ ਨੇ? ਉਹ ਤੁਹਾਡੀ ਜੌਬ ਹੈ, ਤੁਹਾਡਾ ਐਡਰੈਸ ਹੈ, ਤੁਹਾਡਾ ਬੈਂਕ ਸਟੇਟਮੈਂਟ ਹੈ, ਤੁਹਾਡਾ ਕਾਰੋਬਾਰ ਹੈ, ਕੋਈ ਤੁਹਾਡੀ ਟੈਕਸ ਹੈ, ਜੋ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ। ਉਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਕਿ ਤੁਸੀਂ 2 ਸਾਲ ਕਰਨਾ, 6 ਮਹੀਨੇ ਕਰਨਾ, 8 ਮਹੀਨੇ। ਜਦੋਂ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਪ੍ਰੂਵ ਕਰ ਦਿੰਦੇ ਹੋ ਤੇ ਤੁਹਾਡਾ ਮਤਲਬ ਹੈ ਕਿ ਤੁਹਾਡਾ ਡੋਮਿਸਾਈਲ ਬਣ ਗਿਆ। ਫਿਰ ਤੁਸੀਂ ਆਪਣੀ ਰੈਜ਼ੀਡੈਂਸੀ ਸ਼ੋ ਕਰਾਉਂਦੇ ਹੋ, ਆਪਣਾ ਐਡਰੈਸ ਉੱਥੇ ਆਉਂਦਾ ਹੈ, ਉੱਥੋਂ ਤੁਸੀਂ ਫਿਰ ਅਪਲਾਈ ਕਰਦੇ ਹੋ ਆਪਣੇ ਬੱਚਿਆਂ ਦਾ, ਆਪਣੀ ਫੈਮਿਲੀ ਦਾ, ਉਹ ਜਨਾਬ ਵੀਜ਼ਾ ਲਗਵਾ ਕੇ ਇੱਥੇ ਪਹੁੰਚ ਜਾਂਦੇ ਨੇ। ਹੁਣ ਅਗਲਾ ਸਟੈਪ ਆ ਗਿਆ, ਜਦੋਂ ਬੱਚੇ ਇੱਥੇ ਪਹੁੰਚ ਗਏ, ਉਹ ਬੱਚੇ ਆਂਦੇ ਹੀ ਸਿਟੀਜ਼ਨ ਹੋ ਗਏ। ਹੁਣ ਉਹਨਾਂ ਨੂੰ ਕੀ ਕਰਨਾ ਪਏਗਾ? ਤੁਹਾਡੇ ਬਰਥ ਸਰਟੀਫਿਕੇਟ ਜਿਹੜਾ ਤੁਹਾਨੂੰ ਅਮਰੀਕਾ ਦਾ ਮਿਲਿਆ ਸੀ ਜਦੋਂ ਤੁਸੀਂ ਪੈਦਾ ਹੋਏ ਸੋ, ਜਾਂ ਤੁਹਾਡੇ ਪਾਸਪੋਰਟ ਦੇ ਉੱਤੇ ਉਹ ਆਪਣਾ ਪਾਸਪੋਰਟ ਅਪਲਾਈ ਕਰ ਦੇਣਗੇ। ਨਾਲ ਫਿਰ ਤੁਸੀਂ N-600 ਵੀ ਅਪਲਾਈ ਕਰਕੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਜਿਹੜਾ ਸਰਟੀਫਿਕੇਟ ਹੁੰਦਾ ਉਹ ਵੀ ਲੈ ਕੇ ਦੇ ਸਕਦੇ ਹੋ। ਲੇਕਿਨ ਉਹਨਾਂ ਦਾ ਪਾਸਪੋਰਟ ਫੌਰੀ ਤੌਰ ਤੇ ਬਣ ਜਾਏਗਾ ਤੁਹਾਡੇ ਪਾਸਪੋਰਟ ਤੋਂ ਜਾਂ ਤੁਹਾਡੇ ਬਰਥ ਸਰਟੀਫਿਕੇਟ ਤੋਂ। ਲੇਕਿਨ ਅਗਰ ਤੁਸੀਂ ਆਪਣੀ ਬੀਵੀ ਔਰ ਹਸਬੈਂਡ ਨੂੰ ਲੈ ਕੇ ਆ ਰਹੇ ਹੋ, ਉਹ ਨਹੀਂ ਹੋਏਗਾ। ਉਹਨਾਂ ਦਾ ਸਿਸਟਮ ਉਹੀ 3 ਸਾਲ ਵਾਲਾ ਹੋਏਗਾ, ਕਿਉਂਕਿ ਉਹਨਾਂ ਨੇ ਇੱਕ ਸਿਟੀਜ਼ਨ ਨਾਲ ਸ਼ਾਦੀ ਕੀਤੀ ਸੀ। ਇਸ ਵਾਸਤੇ 3 ਸਾਲਾਂ ਦੇ ਵਿੱਚ ਤੁਹਾਡਾ ਪਾਰਟਨਰ ਜਿਹੜਾ ਉਹ ਵੀ ਸਿਟੀਜ਼ਨ ਬਣ ਜਾਏਗਾ। ਇਹਦੇ 'ਚ ਇੰਪੋਰਟੈਂਟ ਗੱਲ 5 ਸਾਲ ਨੇ, ਇਹਦੇ 'ਚ ਇੰਪੋਰਟੈਂਟ ਗੱਲ ਡੋਮਿਸਾਈਲ ਨੇ, ਤੇ ਬਾਕੀ ਜਿਹੜਾ ਟਾਈਮ ਤੇ ਲੱਗਣਾ ਹੀ ਲੱਗਣਾ। ਕੋਈ ਸਵਾਲ ਹੋਏ ਤਾਂ ਪੁੱਛ ਲੈਣਾ, ਚੈਨਲ ਨੂੰ ਫੋਲੋ ਕਰ ਲੈਣਾ। ਥੈਂਕ ਯੂ ਸੋ ਮਚ।